ਮੇਰਾ ਪਤੀ ਵਿਦੇਸ਼ ਰਹਿੰਦਾ ਸੀ। ਮੈਂ ਤੇ ਮੇਰੀ ਸੱਸ ਘਰ ਵਿੱਚ ਇਕੱਲੀਆਂ ਰਹਿੰਦੀਆਂ ਸੀ। ਉਹ ਹਰ ਸ਼ਾਮ ਨੂੰ ਖਾਣਾ ਲੈ ਕੇ ਜਾਂਦੀ ਤੇ ਕਹਿੰਦੀ ਕਿ ਕਿਸੇ ਗਰੀਬ ਨੂੰ ਦੇ ਕੇ ਆਉਂਦੀ ਹਾਂ, ਤੇਰੇ ਸਹੁਰੇ ਨੂੰ ਪੁੰਨ ਮਿਲੇਗਾ। ਇੱਕ ਦਿਨ ਸੱਸ ਬੇਹੋਸ਼ ਹੋ ਗਈ। ਡਾਕਟਰ ਨੂੰ ਦਿਖਾਇਆ ਤਾਂ ਪਤਾ ਚੱਲਿਆ ਕਿ ਮੇਰੀ ਸੱਸ ਪ੍ਰੈਗਨੈਂਟ ਹੈ। ਮੈਂ ਅਗਲੇ ਦਿਨ ਸੱਸ ਦਾ ਪਿੱਛਾ ਕੀਤਾ ਤਾਂ ਉਹ ਕਿਸੇ ਪੁਰਾਣੇ ਜਿਹੇ ਘਰ ਅੰਦਰ ਗਈ। ਜਦੋਂ ਮੈਂ ਅੰਦਰ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ, ਕਿਉਂਕਿ ਮੇਰੀ ਸੱਸ ਮੈਂ ਵਿਆਹ ਕਰਕੇ ਜਦੋਂ ਆਪਣੇ ਸਹੁਰੇ ਆਈ ਉਦੋਂ ਮੇਰਾ ਪਤੀ ਜ਼ਿਆਦਾ ਅਮੀਰ ਤਾਂ ਨਹੀਂ ਸੀ, ਪਰ ਸੁਭਾਅ ਦਾ ਬਹੁਤ ਚੰਗਾ ਸੀ। ਘਰ ਪੈਸਿਆਂ ਦੀ ਤੰਗੀ ਸੀ। ਉਹਨਾਂ ਨੇ ਵਿਆਹ ਵਾਸਤੇ ਕਰਜ਼ਾ ਲਿਆ ਸੀ। ਪੈਸਾ ਕਮਾਉਣ ਵਾਸਤੇ ਉਹਨਾਂ ਨੂੰ ਵਿਦੇਸ਼ ਜਾਣਾ ਪਿਆ। ਇਸ ਲਈ ਵਿਆਹ ਦੇ 2 ਕੁ ਮਹੀਨੇ ਬਾਅਦ ਉਹ ਦੁਬਈ ਚਲੇ ਗਏ। ਮੇਰੀ ਸੱਸ ਥੋੜੀ ਅਜੀਬ ਸੀ। ਉਹ ਆਮ ਸੱਸਾਂ ਵਰਗੀ ਨਹੀਂ ਸੀ। ਜੇ ਮੈਂ ਨਾ ਵੀ ਕੰਮ ਕਰਦੀ ਤਾਂ ਉਹ ਆਪ ਕਰ ਦਿੰਦੀ, ਤੇ ਜੇ ਮੈਂ ਦੇਰ ਨਾਲ ਉੱਠਦੀ ਤਾਂ ਉਹ ਖਾਣਾ ਵੀ ਬਣਾ ਦਿੰਦੀ। ਮੇਰੇ ਕੱਪੜੇ ਵੀ ਧੋ ਦਿਆ ਕਰਦੀ। ਉਹ ਮੇਰੇ ਨਾਲ ਕੋਈ ਝਗੜਾ ਨਾ ਕਰਦੀ। ਫਿਰ ਕੁਝ ਦਿਨਾਂ ਬਾਅਦ ਇੱਕ ਅਜੀਬ ਜਿਹੀ ਗੱਲ ਹੋਣ ਲੱਗੀ। ਜਦੋਂ ਮੈਂ ਖਾਣਾ ਬਣਾਉਂਦੀ ਤਾਂ ਉਹ ਮੈਨੂੰ ਕਹਿੰਦੀ ਕਿ ਇੱਕ ਜਣੇ ਦਾ ਖਾਣਾ ਜ਼ਿਆਦਾ ਬਣਾ ਲਵੀਂ। ਮੈਂ ਪੁੱਛਿਆ ਕਿ ਕਿਉਂ, ਤਾਂ ਉਹ ਕਹਿਣ ਲੱਗੀ ਕਿ ਤੇਰਾ ਸਹੁਰਾ ਤਾਂ ਹੁਣ ਜਿਉਂਦਾ ਨਹੀਂ ਹੈ, ਇਸ ਲਈ ਮੈਂ ਉਹਨਾਂ ਦੇ ਨਾਂ ਤੋਂ ਕਿਸੇ ਗਰੀਬ ਨੂੰ ਖਾਣਾ ਖਵਾ ਦੇਵਾਂਗੀ, ਪੁੰਨ ਮਿਲੇਗਾ। ਮੈਨੂੰ ਮੇਰੀ ਸੱਸ ਦੀ ਗੱਲ ਤੇ ਹੈਰਾਨੀ ਹੋਈ, ਕਿਉਂਕਿ ਅੱਜ ਤੋਂ ਪਹਿਲਾਂ ਤਾਂ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਹੋਇਆ ਸੀ। ਪਹਿਲਾਂ ਤਾਂ ਕਦੇ ਸਹੁਰੇ ਦੇ ਨਾਂ ਤੋਂ ਕਿਸੇ ਨੂੰ ਖਾਣਾ ਨਹੀਂ ਖਵਾਇਆ। ਹੈਰਾਨੀ ਦੀ ਗੱਲ ਇਹ ਵੀ ਸੀ, ਉਹ ਖਾਣਾ ਰਾਤ ਦੇ ਵੇਲੇ ਹੀ ਦੇਣ ਜਾਂਦੀ ਸੀ। ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ, ਪਰ ਮੈਂ ਕੁਝ ਪੁੱਛਣਾ ਠੀਕ ਨਹੀਂ ਸਮਝਿਆ। ਮੇਰੇ ਦਿਲ ਵਿੱਚ ਆਪਣੀ ਸੱਸ ਦੀ ਇੱਜ਼ਤ ਹੋਰ ਵੀ ਵੱਧ ਗਈ ਜਦੋਂ ਉਹ ਗਰੀਬ ਨੂੰ ਖਾਣਾ ਦੇਣ ਦੀ ਗੱਲ ਕਰਨ ਲੱਗੇ। ਮੇਰੀ ਸੱਸ ਰੋਜ਼ ਖਾਣਾ ਲੈ ਕੇ ਬਾਹਰ ਚਲੀ ਜਾਂਦੀ ਤੇ ਕਾਫੀ ਦੇਰ ਤੱਕ ਵਾਪਸ ਨਾ ਆਉਂਦੀ। ਮੈਂ ਆਪਣੀ ਸੱਸ ਨੂੰ ਕਿਹਾ, ਇੰਨੀ ਦੇਰ ਕਿਉਂ ਹੋ ਜਾਂਦੀ? ਤਾਂ ਉਹ ਕਹਿਣ ਲੱਗੀ ਕਿ ਖਾਣਾ ਖਾਣ ਤੋਂ ਬਾਅਦ ਮੈਂ ਗਵਾਂਢ ਦੇ ਵਿੱਚ ਚਲੇ ਜਾਂਦੀ ਹਾਂ, ਉੱਥੇ ਗੱਲਾਂ ਕਰਦੇ ਕਰਦੇ ਦੇਰ ਹੋ ਜਾਂਦੀ ਹੈ। ਜ਼ਿੰਦਗੀ ਇਸ ਤਰ੍ਹਾਂ ਹੀ ਚੱਲ ਰਹੀ ਸੀ। ਇੱਕ ਦਿਨ ਮੈਨੂੰ ਅਜਿਹੀ ਖਬਰ ਮਿਲੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮੈਨੂੰ ਇੱਕ ਪਲ ਵਿੱਚ ਆਪਣੀ ਸੱਸ ਤੋਂ ਨਫ਼ਰਤ ਹੋਣ ਲੱਗ ਗਈ। ਮੇਰੀ ਭੋਲੀ ਜਿਹੀ ਦਿਸਣ ਵਾਲੀ ਸੱਸ ਇਸ ਤਰ੍ਹਾਂ ਦੀ ਹੋਵੇਗੀ, ਮੈਂ ਸੋਚ ਵੀ ਨਹੀਂ ਸਕਦੀ ਸੀ। ਮੈਨੂੰ ਨਹੀਂ ਪਤਾ ਸੀ ਉਹ ਚੰਗੇ ਦਿਸਣ ਦਾ ਨਾਟਕ ਕਰਦੀ ਹੈ। ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੀ ਸੱਸ ਇਸ ਤਰ੍ਹਾਂ ਵੀ ਕਰ ਸਕਦੀ ਹੈ। ਮੈਂ ਬਹੁਤ ਪਰੇਸ਼ਾਨ ਹੋ ਗਈ ਕਿ ਮੈਂ ਆਪਣੇ ਪਤੀ ਨੂੰ ਇਹ ਸਭ ਕਿਸ ਤਰ੍ਹਾਂ ਦੱਸਾਂਗੀ। ਮੈਨੂੰ ਤਾਂ ਸ਼ਰਮ ਆ ਰਹੀ ਸੀ। ਇੱਕ ਦਿਨ ਮੇਰੀ ਸੱਸ ਚੱਕਰ ਖਾ ਕੇ ਡਿੱਗ ਗਈ। ਮੈਂ ਪਰੇਸ਼ਾਨ ਹੋ ਗਈ। ਮੈਂ ਉਸ ਨੂੰ ਹਸਪਤਾਲ ਲੈ ਕੇ ਗਈ। ਡਾਕਟਰ ਨੇ ਦਵਾਈ ਦਿੱਤੀ ਤੇ ਕੁਝ ਟੈਸਟ ਕੀਤੇ। ਮੇਰੀ ਸੱਸ ਨੂੰ ਹੋਸ਼ ਆ ਗਿਆ। ਮੈਂ ਉਸ ਨੂੰ ਘਰ ਲੈ ਆਈ। ਅਗਲੇ ਦਿਨ ਮੈਂ ਜਦੋਂ ਰਿਪੋਰਟ ਲੈਣ ਗਈ ਤਾਂ ਰਿਪੋਰਟ ਦੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਰਿਪੋਰਟ ਮੁਤਾਬਕ ਮੇਰੀ ਸੱਸ ਪ੍ਰੈਗਨੈਂਟ ਸੀ। ਮੇਰੀ ਸੱਸ ਦੀ ਉਮਰ 40 ਕੁ ਸਾਲ ਸੀ। ਉਸ ਦਾ ਵਿਆਹ 14 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਮੈਂ ਰਿਪੋਰਟ ਲੈ ਕੇ ਘਰ ਆ ਗਈ, ਪਰ ਆਪਣੀ ਸੱਸ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਮੇਰੀ ਸੱਸ ਦੀ ਤਬੀਅਤ ਖਰਾਬ ਹੀ ਰਹਿੰਦੀ ਸੀ, ਪਰ ਫਿਰ ਵੀ ਉਹ ਰੋਜ਼ ਖਾਣਾ ਲੈ ਕੇ ਜਾਂਦੀ ਸੀ। ਮੈਨੂੰ ਗੁੱਸਾ ਆ ਗਿਆ। ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਖਾਣੇ ਦੇ ਬਹਾਨੇ ਉਹ ਕਿਸੇ ਨੂੰ ਮਿਲਣ ਜਾਂਦੀ ਹੈ। ਮੈਂ ਸੋਚ ਲਿਆ ਸੀ ਕਿ ਮੈਂ ਸੱਚ ਦਾ ਪਤਾ ਕਰਕੇ ਹੀ ਰਹਾਂਗੀ ਕਿ ਮਾਮਲਾ ਕੀ ਹੈ। ਮੇਰੀ ਸੱਸ ਰੋਜ਼ ਕਿੱਥੇ ਜਾਂਦੀ ਹੈ। ਸਾਰੇ ਸਬੂਤ ਇਕੱਠੇ ਕਰਕੇ ਹੀ ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਾਂਗੀ। ਮੈਂ ਮੇਰੀ ਸੱਸ ਦਾ ਪਿੱਛਾ ਕਰਨ ਬਾਰੇ ਸੋਚਿਆ। ਰਾਤ ਨੂੰ ਮੈਂ ਆਪਣੀ ਸੱਸ ਦੇ ਪਿੱਛੇ ਗਈ। ਇੱਕ ਪੁਰਾਣੇ ਘਰ ਵਿੱਚ ਚਲੇ ਗਈ। ਮੇਰੀ ਸੱਸ ਆਲਾ ਦੁਆਲਾ ਦੇਖ ਕੇ ਘਰ ਦੇ ਅੰਦਰ ਚਲੇ ਗਈ। ਉੱਥੇ ਇੱਕ ਆਦਮੀ ਮੌਜੂਦ ਸੀ। ਮੇਰੀ ਸੱਸ ਉਸ ਨਾਲ ਖੁਸ਼ ਮਿਜਾਜ ਵਿੱਚ ਗੱਲ ਕਰ ਰਹੀ ਸੀ। ਇੰਜ ਲੱਗ ਰਿਹਾ ਸੀ ਕਿ ਜਿਵੇਂ ਮੇਰੀ ਸੱਸ ਨੂੰ ਉਸ ਆਦਮੀ ਦੀ ਬਹੁਤ ਫਿਕਰ ਹੋਵੇ। ਉਹ ਨਾ ਸਿਰਫ ਉਸ ਨਾਲ ਗੱਲਾਂ ਕਰ ਰਹੀ ਸੀ, ਸਗੋਂ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਵੀ ਖਵਾ ਰਹੀ ਸੀ। ਮੈਂ ਤਾਂ ਇਹ ਸਭ ਦੇਖ ਕੇ ਸੁੰਨ ਹੋ ਗਈ ਸੀ। ਮਤਲਬ ਮੇਰੀ ਸੱਸ ਰੋਜ਼ ਮੈਨੂੰ ਝੂਠ ਬੋਲਦੀ ਸੀ। ਮੈਂ ਉੱਥੋਂ ਵਾਪਸ ਘਰ ਆ ਗਈ। ਜਦੋਂ ਮੇਰੀ ਸੱਸ ਆਈ ਤਾਂ ਮੈਨੂੰ ਜਾਗਦਾ ਦੇਖ ਕੇ ਹੈਰਾਨ ਹੋ ਗਈ।
ਉਹ ਕਹਿਣ ਲੱਗੀ, ਤੂੰ ਸੁੱਤੀ ਨਹੀਂ ਹਜੇ ਤੱਕ। ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ, ਜਿਸ ਦੀ ਸੱਸ ਰਾਤ ਨੂੰ ਗੁੱਲ ਖੁਲਾਉਂਦੀ ਫਿਰਦੀ ਹੋਵੇ ਉਹ ਕਿਵੇਂ ਸੋ ਸਕਦੀ ਹੈ। ਮੈਂ ਕਿਹਾ, ਇਸ ਤਰ੍ਹਾਂ ਹੈਰਾਨ ਨਾ ਹੋਵੋ, ਮੈਨੂੰ ਸਾਰੀ ਸੱਚਾਈ ਪਤਾ ਲੱਗ ਚੁੱਕੀ ਹੈ ਕਿ ਖਾਣਾ ਦੇਣ ਦੇ ਬਹਾਨੇ ਕਿੱਥੇ ਜਾਂਦੀ ਹੈ, ਕਿਸ ਨੂੰ ਮਿਲਦੀ ਹੈ ਤੇ ਪੇਟ ਵਿੱਚ ਕਿਸ ਦਾ ਬੱਚਾ ਹੈ। ਮੈਂ ਸਭ ਜਾਣ ਗਈ ਹਾਂ। ਮੇਰੀ ਸੱਸ ਕਹਿਣ ਲੱਗੀ, ਇਹ ਕੀ ਬੋਲ ਰਹੀ ਆ? ਤਾਂ ਮੈਂ ਮੈਡੀਕਲ ਰਿਪੋਰਟ ਉਸ ਨੂੰ ਦਿਖਾਉਂਦੇ ਹੋਏ ਕਿਹਾ ਕਿ ਮੈਂ ਬਿਨਾਂ ਵਜ੍ਹਾ ਦੇ ਕੁਝ ਨਹੀਂ ਕਹਿ ਰਹੀ ਹਾਂ। ਮੇਰੀ ਸੱਸ ਕਹਿਣ ਲੱਗੀ, ਅਜਿਹਾ ਕੁਝ ਵੀ ਨਹੀਂ ਹੈ, ਰਿਪੋਰਟ ਵਿੱਚ ਗਲਤ ਲਿਖਿਆ ਹੋਇਆ ਹੈ। ਮੈਂ ਕਿਹਾ, ਚਲੋ ਮੰਨ ਲੈਂਦੇ ਹਾਂ ਕਿ ਰਿਪੋਰਟ ਗਲਤ ਹੈ, ਪਰ ਉਹ ਆਦਮੀ ਕੌਣ ਹੈ ਜਿਸ ਨੂੰ ਖਾਣਾ ਖਵਾਉਣ ਲਈ ਮੈਨੂੰ ਰੋਜ਼ ਝੂਠ ਬੋਲ ਕੇ ਜਾਂਦੀ ਸੀ? ਤੁਹਾਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਇਹ ਕੁਝ ਕਰਦੇ ਨੂੰ? ਮੈਂ ਆਪਣੀ ਸਾਰੀ ਭੜਾਸ ਕੱਢ ਦਿੱਤੀ। ਮੇਰੀ ਸੱਸ ਕਹਿਣ ਲੱਗੀ, ਤੂੰ ਗਲਤ ਸਮਝ ਰਹੀ ਹੈ। ਉਹ ਆਦਮੀ ਤਾਂ ਮੇਰਾ ਭਰਾ ਹੈ ਜਿਸ ਨੂੰ ਕਿਸੇ ਨੇ ਝੂਠੇ ਕੇਸ ਵਿੱਚ ਫਸਾ ਦਿੱਤਾ ਹੈ, ਜਿਸ ਕਰਕੇ ਉਹ ਪੁਲਿਸ ਤੋਂ ਲੁਕਿਆ ਹੋਇਆ ਸੀ। ਇਸ ਲਈ ਮੈਂ ਉਸ ਨੂੰ ਖਾਣਾ ਦੇਣ ਜਾਂਦੀ ਸੀ। ਮੈਂ ਮਜਬੂਰੀ ਵਿੱਚ ਤੈਨੂੰ ਝੂਠ ਬੋਲਿਆ ਸੀ ਕਿ ਤੂੰ ਮੇਰੇ ਭਰਾ ਬਾਰੇ ਕੀ ਸੋਚੇਂਗੀ। ਮੈਂ ਕਿਹਾ, ਇਹ ਰਿਪੋਰਟ ਤਾਂ ਸੱਚ ਕਹਿ ਰਹੀ ਹੈ। ਮੇਰੀ ਸੱਸ ਕਹਿਣ ਲੱਗੀ, ਮੈਨੂੰ ਨਹੀਂ ਪਤਾ, ਇਹ ਰਿਪੋਰਟ ਗਲਤ ਹੈ। ਫਿਰ ਮੈਂ ਕਿਹਾ ਕਿ ਸਵੇਰੇ ਹਸਪਤਾਲ ਚੱਲਾਂਗੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਮੈਂ ਸਵੇਰ ਹੁੰਦੇ ਹੀ ਹਸਪਤਾਲ ਗਈ ਤਾਂ ਉੱਥੇ ਜਾ ਕੇ ਜੋ ਮੈਨੂੰ ਪਤਾ ਚੱਲਿਆ ਉਹ ਸੁਣ ਕੇ ਮੇਰਾ ਤਾਂ ਸਾਹ ਹੀ ਰੁਕ ਗਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਨਾਮ ਇੱਕ ਹੋਣ ਕਰਕੇ ਰਿਪੋਰਟ ਗਲਤ ਹੋ ਗਈ ਹੈ। ਮੇਰੀ ਸੱਸ ਦੀ ਰਿਪੋਰਟ ਕਿਸੇ ਹੋਰ ਨਾਲ ਬਦਲ ਗਈ ਸੀ। ਮੈਨੂੰ ਪਤਾ ਚੱਲਿਆ ਕਿ ਮੇਰੀ ਸੱਸ ਦੀ ਰਿਪੋਰਟ ਅਨੁਸਾਰ ਉਸ ਨੂੰ ਕੈਂਸਰ ਦੀ ਬਿਮਾਰੀ ਸੀ। ਹੁਣ ਮੈਂ ਉਹਨਾਂ ਨੂੰ ਕੀ ਦੱਸਦੀ? ਮੈਂ ਇੰਨੀ ਦੇਰ ਤੋਂ ਆਪਣੀ ਸੱਸ ਦੇ ਚਰਿੱਤਰ ਤੇ ਉਂਗਲੀ ਉਠਾ ਰਹੀ ਸੀ। ਮੈਂ ਕਿਸ ਮੂੰਹ ਨਾਲ ਉਸ ਤੋਂ ਮਾਫੀ ਮੰਗਦੀ? ਮੈਂ ਹਿੰਮਤ ਕਰਕੇ ਘਰ ਪਹੁੰਚੀ ਤੇ ਆਪਣੀ ਸੱਸ ਦੇ ਗਲੇ ਲੱਗ ਕੇ ਰੋਣ ਲੱਗੀ ਤੇ ਉਸ ਨੂੰ ਸਾਰੀ ਹਕੀਕਤ ਦੱਸ ਦਿੱਤੀ। ਮੇਰੀ ਸੱਸ ਬਿਲਕੁਲ ਸੱਚ ਕਹਿ ਰਹੀ ਸੀ। ਮੇਰੀ ਸੱਸ ਉਸ ਸਮੇਂ ਬਿਮਾਰ ਹੀ ਰਹਿੰਦੀ ਸੀ। ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਸ਼ਿਕਾਇਤ ਰਹਿੰਦੀ ਸੀ। ਇੱਕ ਛੋਟੀ ਜਿਹੀ ਗਲਤਫਹਿਮੀ ਨੇ ਸਭ ਕੁਝ ਬਰਬਾਦ ਕਰ ਦਿੱਤਾ। ਕੁਝ ਮਹੀਨਿਆਂ ਬਾਅਦ ਹੀ ਮੇਰੀ ਸੱਸ ਦੀ ਮੌਤ ਹੋ ਗਈ, ਪਰ ਮੈਂ ਆਪਣੇ ਆਪ ਨੂੰ ਕਦੇ ਮਾਫ ਨਹੀਂ ਕਰ ਪਾਈ ਕਿਉਂਕਿ ਮੈਂ ਗੁੱਸੇ ਵਿੱਚ ਆਪਣੀ ਸੱਸ ਨੂੰ ਬਹੁਤ ਗਲਤ ਬੋਲ ਦਿੱਤਾ ਸੀ। ਮੈਨੂੰ ਆਪਣੀ ਸੱਸ ਤੇ ਯਕੀਨ ਕਰਨਾ ਚਾਹੀਦਾ ਸੀ। ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਮੇਰੇ ਦਿਲ ਵਿੱਚ ਹਮੇਸ਼ਾ ਇਸ ਗੱਲ ਦਾ ਬੋਝ ਰਹੇਗਾ। ਮੈਂ ਗੁੱਸਾ ਕੀਤੇ ਬਿਨਾਂ ਕੁਝ ਗਲਤ ਬੋਲੇ ਵੀ ਆਪਣੀ ਸੱਸ ਤੋਂ ਸਭ ਪੁੱਛ ਸਕਦੀ ਸੀ, ਪਰ ਮੈਂ ਤਾਂ ਗੁੱਸੇ ਵਿੱਚ ਉਹ ਸਭ ਬੋਲ ਦਿੱਤਾ ਜੋ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ। ਇਸ ਲਈ ਦੋਸਤੋ, ਸ਼ੱਕ ਰਿਸ਼ਤਿਆਂ ਨੂੰ ਖਰਾਬ ਕਰਦਾ ਹੈ। ਸਮਾਂ ਰਹਿੰਦੇ ਹੀ ਸਾਨੂੰ ਆਪਣੀਆਂ ਗਲਤਫਹਿਮੀਆਂ ਨੂੰ ਗੱਲ ਕਰਕੇ ਹੱਲ ਕਰ ਲੈਣਾ ਚਾਹੀਦਾ ਹੈ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।